ਸ਼ਲੋਕ ਮਹਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ। ਬਿਓ ਬੀਜ ਪਤ ਲਹਿ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਣਹੁ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਮਹਲਾ ਪਹਿਲਾ। ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਹੀਅਤ ਗਿਆਨ ਵਿਹੂਣੀ, ਪਾਹੇ ਪਰੇ ਮੁਰਦਾਰ। ਗਿਆਨੀ ਨਾਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ। ਉੱਚੇ ਕੂਕੈ ਵਾਦਾ ਗਾਵੈ, ਜੋ ਦੰਖ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ, ਸੰਜੇ ਕਰੇ ਪਿਆਰ। ਧਰਮੀ ਧਰਮ ਕਰਹਿ ਗਵਾਵੈ, ਮੰਗੈ ਮੋਖ ਦੁਆਰ। ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਕ ਬਹਿ ਕਰ ਬਾਰ। ਸਭ ਕੋ ਪੂਰਾ ਆਖ ਆਪੇ ਹੋਵੈ, ਘਾਟ ਨ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਮਹਲਾ ਪਹਿਲਾ। ਵਧੀ ਸੋ ਵੱਜਦ ਵੱਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਸ਼ਾਲਾ ਮਾਰੀਆਂ, ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ। ਜਿਨ ਕੀ ਲੇਖੈ ਪਤ ਪਵੈ, ਚੰਗੇ ਸਈ ਕੇ। ਪੌੜੀ। ਤੁਰ ਕਰਮ ਜਿਨਾ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਇਕ ਨਾਨੋ ਤੂੰ ਮੇਲ ਲਹੈ, ਇਕ ਆਪਹੁ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲਿਓ, ਵਡਭਾਗੇ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਹਰ ਜਸ ਸਰਵਣ ਕਰਨ ਦੇ ਵਾਸਤੇ ਅੰਮ੍ਰਿਤ ਵੇਲੇ ਤੋਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜ਼ਿੰਦਗੀ ਦੀਆਂ ਅਨਮੋਲ ਘੜੀਆਂ ਨੂੰ ਲੇਖੇ ਵਿੱਚ ਲਾਉਂਦਿਆਂ ਹੋਇਆਂ ਸਤਿਗੁਰਾਂ ਦੇ ਦਰੋਂ ਘਰੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਲੜੀਵਾਰ ਚੱਲ ਰਹੀ ਆਸਾ ਕੀ ਵਾਰ ਦੀ ਵਿਚਾਰ ਚਰਚਾ ਦੇ ਅੰਦਰ ਪਿਛਲੇ ਦੀਵਾਨ ਦੇ ਅੰਦਰ ਸੀ 10 ਪੌੜੀਆਂ ਤੇ ਨਾਲ ਸ਼ਲੋਕਾਂ ਤੱਕ ਵਿਚਾਰ ਕਰ ਚੁੱਕੇ ਸਾਂ। ਅੱਜ 11ਵੀਂ ਪੌੜੀ ਤੇ ਨਾਲ ਸ਼ਲੋਕਾਂ ਦੇ ਵਿਚਾਰ ਕਰਨੀ ਹੈ। 2 ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨੇ, ਇੱਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਹੈ, ਅਤੇ ਪੌੜੀ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਵੇਂ ਪਿਛਲੇ ਸ਼ਲੋਕ ਦੇ ਅੰਦਰ ਕੂੜ ਦੀ ਗੱਲ ਕੀਤੀ ਸੀ ਕਿ ਸਾਰਾ ਕੁਝ ਨਾਸ਼ਵਾਨ ਹੈ, ਤੇ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਹਾਲਾਤ ਨੂੰ ਬਿਆਨ ਕਰਦਿਆਂ ਹੋਇਆਂ ਉਹ ਕੂੜ ਕਿਵੇਂ ਵਰਤ ਰਿਹਾ ਹੈ ਸਾਡੇ ਸੰਸਾਰ ਦੇ ਵਿੱਚ, ਕਿਵੇਂ
ਪਸਾਰਾ ਪਸਰਿਆ ਹੋਇਆ, ਉਸ ਦੀ ਗੱਲ ਕਰਦਿਆਂ ਹੋਇਆਂ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਮਝਾਉਣਾ ਕੀਤਾ ਹੈ। ਸ਼ਲੋਕ ਮਹਲਾ ਪਹਿਲਾ। ਸੱਚ ਕਾਰ ਕੂੜ ਵਰਤਿਆ, ਕਲ ਕਾਲਖ ਬੇਤਾਲ। ਗੁਰਦੇਵ ਪਾਤਸ਼ਾਹ ਸਾਹਿਬ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ ਕਿ ਸੱਚ ਸੰਸਾਰ ਦੇ ਅੰਦਰ ਕੂੜ ਦੇ ਰੂਪ ਦੇ ਅੰਦਰ ਕਿਵੇਂ ਵਰਤ ਰਿਹਾ ਹੈ। ਸੱਚ ਕਾਲ ਕੂੜ ਵਰਤਿਆ, ਮਾਨੋ ਸੱਚ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਕਲਯੁਗ ਦੇ ਸਮੇਂ ਦੇ ਵਿੱਚ ਕੂੜ ਦੇ ਰੂਪ ਦੇ ਅੰਦਰ ਕਿਵੇਂ ਵਰਤਿਆ ਹੋਇਆ। ਕਲ ਕਾਲਖ ਬੇਤਾਲ, ਕਿ ਬੇਤਾਲਿਆਂ ਵਾਂਗੂ ਹੋ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਭੁਲਾ ਕਰਕੇ ਆਪਣੇ ਜੀਵਨ ਦੇ ਅੰਦਰੋਂ ਕਾਲਖ ਧਾਰਨ ਕਰਕੇ ਬੇਤਾਲੇ ਭੂਤਨੇ ਹੋ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਬੇਤਾਲੇ ਹੋ ਕੇ ਇਨਸਾਨ ਤੁਰੇ ਫਿਰਦੇ ਨੇ। ਬੀਓ ਬੀਜ ਪਤ ਲਹਿ ਗਏ, ਪਹਿਲੀ ਉਦਾਹਰਣ ਦਿੱਤੀ। ਆਖਦੇ ਨੇ ਕਿ ਜੇਕਰ ਬੀਜ ਬੀਜ ਦੇਵਾਂਗੇ ਤੇ ਬੀਜ ਉਗ ਪਵੇਗਾ। ਜਿਹੜੀ ਦਾਲ ਦਾ ਬੀਜ ਬੀਜਣਾ ਹੋਵੇ, ਕੋਈ ਵੀ ਬੀਜ ਬੀਜਣਾ ਹੋਊਗਾ, ਤੇ ਜੇ ਉਹ ਬੀਜ ਪੂਰਾ ਹੋਊਗਾ ਤੇ ਉਹ ਬੀਜਿਆ ਜਾਵੇਗਾ। ਲੇਕਿਨ ਜੇਕਰ ਉਸ ਬੀਜ ਦੇ ਦੁਫਾੜ ਹੋ ਜਾਣਗੇ, ਭਾਵ ਕਿ ਦੋ ਟੋਟੇ ਹੋ ਜਾਣਗੇ ਜਾਂ ਉਹਨਾਂ ਤੋਂ ਛਿਲਕਾ ਲੈ ਜਾਏਗਾ, ਤੇ ਉਹ ਬੀਜ ਉਗੇਗਾ ਨਹੀਂ। ਬੀਓ ਬੀਜ ਪਤ ਲਹਿ ਗਏ, ਅਬ ਕਿਉਂ ਉਗਵੈ ਦਾਲ। ਕਹਿ ਲਗੇ ਜੇ ਮੰਨ ਲਓ ਚਣੇ ਦਾ ਆ ਉਹ ਦੁਫਾੜ ਹੋ ਗਿਆ, ਜੇ ਮਾਂਹ ਦਾ ਦਾਲ ਆ ਦੁਫਾੜ ਹੋ ਗਈ ਹੈ, ਕਹਿ ਲਗੇ ਉਹ ਕਿਵੇਂ ਕਿਹੜੇ ਤਰੀਕੇ ਨਾਲ ਉੱਗ ਸਕਦੀ ਹੈ। ਉਹ ਉੱਗੇਗੀ ਨਹੀਂ, ਕਿਉਂਕਿ ਉਸ ਦਾ ਜਿੰਨੀ ਦੇਰ ਤੱਕ ਬੀਜ ਦਾ ਉਹ ਸਾਰਾ ਪ੍ਰਬੰਧ ਨਹੀਂ ਹੋਵੇਗਾ, ਸਹੀ ਢੰਗ ਦੇ ਨਾਲ ਨਹੀਂ ਹੋਵੇਗਾ, ਉਨੀ ਦੇਰ ਤੱਕ ਉਹ ਉੱਗ ਨਹੀਂ ਸਕੇਗਾ। ਜੇ ਇੱਕ ਹੋਏ ਤਾਂ ਉਗਵੈ, ਜੇ ਉਹ ਇੱਕ ਹੋਏਗਾ ਤਾਂ ਉੱਗੇਗਾ, ਜੇਕਰ ਉਹ ਦੋ ਹਿੱਸੇ ਹੋ ਗਏ ਫਿਰ ਨਹੀਂ ਉਗਵੇਗਾ। ਰੁੱਤੀ ਹੂੰ ਰੁੱਤ ਹੋਏ, ਤੇ ਵੱਡੀ ਗੱਲ ਕਿ ਇਹ ਵੀ ਨਹੀਂ ਕਿ ਕਰੁੱਤੇ ਸਮੇਂ ਦੇ ਵਿੱਚ ਬੀਜੀਏ ਤੇ ਉਹ ਉੱਗ ਪਵੇ। ਹੁਣ ਰੁੱਤ ਦਾ ਸਮਾਂ ਵੀ ਹੈਗਾ ਨਾ, ਵੱਤਰ ਵੀ ਹੋਏਗਾ ਤਾਂ ਹੀ ਹੈ ਨਾ। ਜੇ ਅਸੀਂ ਆਖੇ ਪੱਧਰੇ ਜ਼ਮੀਨ ਦੇ ਉੱਤੇ ਬੀਜ ਦਈਏ ਤੇ ਉਹ ਬੀਜ ਉੱਗ ਪਵੇ ਤੇ ਨਹੀਂ ਉੱਗੇਗਾ। ਉਹਨੂੰ ਜ਼ਮੀਨ ਨੂੰ ਵਾਹੁਣਾ ਪਵੇਗਾ, ਵੱਤਰ ਦੇ ਵਿੱਚ ਬੀਜਣਾ ਪਵੇਗਾ ਤਾਂ ਉੱਗੇਗਾ। ਹੁਣ ਜੇਕਰ ਅੰਮ੍ਰਿਤ ਵੇਲੇ ਜੀਵ ਉੱਠੇਗਾ ਨਹੀਂ, ਹਲ ਵਾਹੇਗਾ ਨਹੀਂ, ਤੇ ਅੰਮ੍ਰਿਤ ਵੇਲੇ ਨਾਮ ਬੀਜਣ ਦਾ ਸਮਾਂ ਹੁੰਦਾ ਹੈ। ਤੇ ਜੇ ਅੰਮ੍ਰਿਤ ਵੇਲੇ ਨਾਮ ਨਾ ਬਹਿ ਕੇ ਜਪਿਆ, ਨਾ ਸਿਮਰਨ ਕੀਤਾ, ਤੇ ਉਹ ਵੇਲਾ ਖੁੰਝਾ ਦਿੱਤਾ। ਸਾਰਾ ਦਿਨ ਇਨਸਾਨ ਬੇਸ਼ੱਕ ਬਹਿ ਕੇ ਪੋਥੀ ਬਹਿ ਕੇ ਪੜ੍ਹਦਾ, ਉਹਦਾ ਅਸਰ ਅਲੱਗ ਹੈ। ਲੇਕਿਨ ਜਿਹੜਾ ਅੰਮ੍ਰਿਤ ਵੇਲੇ ਜਿਹੜਾ ਬੀਜ ਬੀਜਣਾ ਹੈ, ਅੰਮ੍ਰਿਤ ਵੇਲੇ ਨਾਮ ਜਪਣਾ ਹੈ, ਅੰਮ੍ਰਿਤ ਵੇਲੇ ਗੁਰੂ ਦੇ ਦਰ ਦੇ ਉੱਤੇ ਆਉਣਾ ਹੈ, ਉਹਦਾ ਲਾਹਾ ਹੋਰ ਹੈ। ਤੇ ਸਾਹਿਬ ਕਹਿਣ ਲੱਗੇ ਰੁੱਤੀ ਹੂੰ ਰੁੱਤ ਹੋਏ। ਹੁਣ ਦੂਸਰੀ ਉਦਾਹਰਨ ਦੇਣ ਲੱਗੇ, ਨਾਨਕ ਪਾਹੈ ਬਾਹਰਾ ਕੂੜੈ ਰੰਗ ਨਾ ਸੋਏ। ਸਾਹਿਬ ਕਹਿਣਗੇ ਬੇਸ਼ੱਕ ਕੋਰਾ ਕੱਪੜਾ ਹੋਏ, ਜਿੰਨੀ ਦੇਰ ਤੱਕ ਉਹਦੀ ਪਾਹ ਜਿਹੜੀ ਲੱਗੀ ਹੈ ਉਹ ਲਾਹੀ ਨਾ ਗਈ, ਜਾਂ ਪਾਹ ਲਾ ਕੇ ਉਹਦੇ ਉੱਤੇ ਰੰਗ ਨਾ ਚੜਾਇਆ ਗਿਆ, ਉਨੀ ਦੇਰ ਤੱਕ ਕੋਰੇ ਕੱਪੜੇ ਦੇ ਉੱਤੇ ਰੰਗ ਨਹੀਂ ਚੜ੍ਹਨਾ। ਆਮ ਤੌਰ ਦੇ ਉੱਤੇ ਪਹਿਲਾ ਰੰਗ ਲਾ ਕੇ ਫਿਰ ਦੂਜਾ ਰੰਗ ਚੜਾਉਂਦੇ ਆ ਨਾ ਲਾਰੀ ਨੇ। ਸਾਹਿਬ ਕਹਿਣ ਲੱਗੇ ਪਾਹੇ ਬਾਹਰਾ, ਨਾਨਕ ਪਾਹੇ ਬਾਹਰਾ ਕੂਰੇ ਰੰਗ ਨਾ ਸੋਏ। ਭੈ ਵਿੱਚ ਖੁੰਬ ਚੜਾਈਐ ਸ਼ਰਮ ਪਾਹੋ ਤਨ ਹੋਏ। ਅਤੇ ਜਿੰਨੀ ਦੇਰ ਤੱਕ ਕਿਸੇ ਢੰਗ ਦੇ ਨਾਲ ਭੈ ਦੇ ਵਿੱਚ ਉਹ ਚੀਜ਼ ਸਹੀ ਤਾਪ ਦੇ ਵਿੱਚ ਉਹਨੂੰ ਗਰਮ ਨਾ ਕਰਕੇ ਉਹਨੂੰ ਪਾਹ ਨਾ ਲਾਈ ਜਾਵੇ ਤੇ ਰੰਗ ਚੜ੍ਹੇਗਾ ਨਹੀਂ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਸਾਹਿਬ ਕਹਿਣਗੇ ਬਸ ਇਸੇ ਤਰੀਕੇ ਦੇ ਨਾਲ ਨਾਨਕ ਭਗਤੀ ਜੇ ਰਪੈ,
ਜੇਕਰ ਹਿਰਦੇ ਰੂਪੀ ਘਰ ਨੂੰ, ਹਿਰਦੇ ਰੂਪੀ ਕੱਪੜੇ ਨੂੰ ਸਹੀ ਤਰੀਕੇ ਨਾਲ ਨਹੀਂ ਨਾ ਰੰਗਦੇ ਜਾਂ ਸਹੀ ਸਮੇਂ ਦੇ ਵਿੱਚ ਨਹੀਂ ਰੰਗਦੇ ਤੇ ਕੂੜੇ ਸੋਏ ਨਾ ਹੋਏ। ਅਤੇ ਹਿਰਦੇ ਦੇ ਅੰਦਰ ਕੇਵਲ ਤੇ ਕੇਵਲ ਕੂੜ ਰਹਿਣਾ ਹੀ ਹੋ। ਹਿਰਦੇ ਦੇ ਅੰਦਰ ਕਦੀ ਵੀ ਹਿਰਦੇ ਰੂਪੀ ਕੱਪੜੇ ਨੂੰ ਕਦੀ ਵੀ ਸਹੀ ਰੰਗ ਨਹੀਂ ਚੜ੍ਹ ਸਕਣਾ। ਜੇਕਰ ਤੂੰ ਨਾਮ ਦਾ ਰੰਗ ਚੜ੍ਹਾਉਣਾ ਹੀ ਹੋ ਤੇ ਗੁਰੂ ਰੂਪੀ ਲਲਾਰੀ ਕੋਲ ਆ ਜਾ। ਗੁਰੂ ਨੇ ਤੇਰੇ ਆਪਣੇ ਦਰ ਦੇ ਉੱਤੇ ਅੰਮ੍ਰਿਤ ਵੇਲੇ ਜੇ ਆਵੇਂਗਾ ਤੇ ਗੁਰੂ ਦੇ ਦਰ ਦੇ ਉੱਤੇ ਅੰਮ੍ਰਿਤ ਵੇਲੇ ਆਣ ਕੇ ਜਦੋਂ ਗੁਰੂ ਦੇ ਕੋਲੋਂ ਪਾਹ ਲਵਾ ਕੇ ਨਾਮ ਦੀ ਦਾਤ ਪ੍ਰਾਪਤ ਕਰ ਲਵੇਗਾ ਤੇ ਇਹੋ ਜਿਹਾ ਗੁਰੂ ਰੰਗ ਚਾੜੇਗਾ ਕਿ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨ ਹੋਵਈ ਨਾ ਲਾਗੇ ਦਾਗਾ। ਫਿਰ ਇਹੋ ਜਿਹਾ ਰੰਗ ਚਾੜੂਗਾ ਗੁਰੂ ਕਿ ਆਪਣੇ ਦਰ ਦੇ ਉੱਤੇ ਪ੍ਰਵਾਨ ਕਰ ਲਵੇਗਾ। ਇਹ ਦੋ ਉਦਾਹਰਨਾਂ ਬੀਜ ਦੀ ਤੇ ਕੱਪੜੇ ਦੀ ਗੁਰਦੇਵ ਪਾਤਸ਼ਾਹ ਨੂੰ ਦੇ ਕੇ ਸਮਝਾਉਣਾ ਕੀਤਾ ਕਿ ਭਲਿਆ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ ਦੇ ਉੱਤੇ ਆਣ ਕੇ ਸਹੀ ਵਕਤ ਦੇ ਵਿੱਚ ਆਣ ਕੇ ਪ੍ਰਮਾਤਮਾ ਦੇ ਸਿਮਰਨ ਨੂੰ ਕਰ ਲਾ, ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇਗਾ। ਮਹਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਤਾ, ਕੂੜ ਹੋਆ ਸਿਕਦਾਰ। ਸਾਹਿਬ ਕਹਿਣ ਲੱਗੇ ਸੰਸਾਰ ਦੇ ਉੱਤੇ ਲੱਭ ਤੇ ਪਾਪ ਦੋ ਜਿਹੜੇ ਨੇ ਰਾਜਾ ਮਹਿਤਾ, ਰਾਜਾ ਤੋਂ ਭਾਵ ਹੈ ਰਾਜਾ ਤੋਂ ਭਾਵ ਹੈ ਰਿਆਸਤ ਦੇ ਉੱਤੇ ਜੋ ਕਿ ਰਾਜ ਕਰਨ ਵਾਲਾ, ਤੇ ਮਹਿਤਾ ਤੋਂ ਭਾਵ ਹੈ ਵਜ਼ੀਰ, ਜਿਸ ਨੂੰ ਰਾਜਾ ਤੇ ਵਜ਼ੀਰ ਆਖ ਦਿੰਦੇ ਆ। ਸਗੋਂ ਲੱਭ ਪਾਪ ਦੋਏ ਰਾਜਾ ਮਹਿਤਾ। ਪਾਪ ਤੇ ਲੋਭ ਜਿਹੜਾ ਆ ਉਹ ਰਾਜਾ ਤੇ ਮਹਿਤਾ ਹੈ। ਕੂੜ ਹੋਆ ਸਿਕਦਾਰ, ਜਿਹੜੇ ਚੌਧਰੀ ਨੇ ਉਹ ਝੂਠ ਬਣੇ ਪਏ ਨੇ। ਝੂਠ ਜਿਹੜਾ ਹੈ ਉਹ ਚੌਧਰੀ ਬਣਿਆ ਫਿਰਦਾ ਹੈ। ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਤੇ ਇਹ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਇਹ ਜਿਹੜਾ ਰਾਜਾ ਬਣ ਕੇ ਵਜ਼ੀਰ ਬਣ ਕੇ ਇਹਨਾਂ ਨੂੰ ਬੁਰਾ ਬੁਲਾ ਕੇ ਪੁੱਛਦਾ ਹੈ ਸੰਸਾਰ ਦੇ ਉੱਤੇ ਕਿ ਤੁਸੀਂ ਕੀ ਕੀ ਕਰਦੇ ਪਏ ਹੋ, ਕਿਵੇਂ ਕਿਵੇਂ ਦੇ ਹਾਲਾਤ ਤੁਹਾਡੇ ਜੀਵਨ ਦੇ ਵਿੱਚ ਬਣੇ ਪਏ ਨੇ। ਤੇ ਸਾਹਿਬ ਕਹਿਣਗੇ ਅੰਧੀ ਰਈਅਤ ਗਿਆਨ ਵੀ ਹੋਣੀ। ਲੋਕਾਈ ਜਿਹੜੀ ਅੰਨੀ ਹੋ ਕੇ ਤੁਰੀ ਫਿਰਦੀ ਹੈ। ਕਿਉਂ ਅੰਨੀ ਹੈ? ਕਿਉਂਕਿ ਗਿਆਨ ਵੀ ਹੋਣੀ ਕਿ ਸਹੀ ਗੱਲ ਦਾ ਪਤਾ ਹੀ ਨਹੀਂ ਹੈ, ਸੱਚਾਈ ਦਾ ਪਤਾ ਹੀ ਨਹੀਂ ਹੈ, ਸੱਚੇ ਮਾਰਗ ਦੇ ਉੱਤੇ ਤੁਰਨ ਦਾ ਨਹੀਂ ਪਤਾ। ਸੰਸਾਰ ਦੇ ਵਹਿਮਾਂ ਭਰਮਾਂ ਪਖੰਡਾਂ 'ਚ ਪੈ ਕੇ ਸਾਰੀ ਜ਼ਿੰਦਗੀ ਲਗਾਉਂਦੇ ਪਏ ਹਾਂ। ਸੱਚਾਈ ਨੂੰ ਸਮਝਣ ਨੂੰ ਅਸੀਂ ਤਿਆਰ ਹੀ ਨਹੀਂ। ਅੰਧੀ ਰਈਅਤ ਗਿਆਨ ਵੀ ਹੋਣੀ, ਭਾਹੇ ਭਰੇ ਮੁਰਦਾਰ। ਤੇ ਸਾਹਿਬ ਕਹਿਣ ਲੱਗੇ ਸਾਰੇ ਪਾਸੇ ਜਿਹੜੇ ਨੇ ਮੁਰਦਾਰ ਦੇ ਰੂਪ ਦੇ ਅੰਦਰ ਇੱਕ ਦੂਜੇ ਨੂੰ ਖਾਣ ਦੇ ਰੂਪ ਦੇ ਵਿੱਚ ਉਹ ਲੱਗੇ ਪਏ ਨੇ। ਚਾਰੇ ਪਾਸੇ ਇਨਸਾਨ ਦੇ ਮਨ ਦੇ ਅੰਦਰ ਕਿਸੇ ਵੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਚੱਟੀ ਭਰਦੇ ਪਏ ਨੇ। ਭਾਹੇ ਭਰੇ ਮੁਰਦਾਰ ਚੱਟੀਆਂ ਪਾਉਂਦੇ ਪਏ ਨੇ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਪਏ ਨੇ ਤੇ ਮੁਰਦਾਰ ਹੁੰਦੇ ਚੱਟੀਆਂ ਭਰਦੇ ਪਏ ਨੇ। ਗਿਆਨੀ ਨੱਚੈ ਵਾਜੈ ਵਾਵੈ, ਜਿਹੜੇ ਗਿਆਨਵਾਨ ਨੇ ਉਹ ਨੱਚਦੇ ਫਿਰਦੇ ਨੇ, ਵਾਜੇ ਵਜਾਉਂਦੇ ਫਿਰਦੇ ਨੇ। ਭਾਵ ਕਿ ਜਦੋਂ ਰਾਜ ਹੀ ਝੂਠ ਦਾ ਹੋਵੇ ਤੇ ਉਹ ਰਾਜੇ ਹੀ ਅੰਨੇ ਹੋਣ, ਲੋਭੀ ਹੋਣ, ਵਜ਼ੀਰ ਅਹਿਲਕਾਰ ਸਾਰੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਜਿੰਨੇ ਵੀ ਅਹਿਲਕਾਰ ਨੇ ਉਹ ਸਾਰੇ ਹੀ ਝੂਠ ਦਾ ਨਕਾਬ ਓੜ ਕੇ ਬੈਠੇ ਹੋਣ। ਤੇ ਜਿਹੜੇ ਗਿਆਨਵਾਨ ਨੇ ਉਹਨਾਂ ਨੂੰ ਵੀ ਜੇ ਉਹਨਾਂ ਨੂੰ ਆਖਣ ਕੇ ਨੱਚੋ ਤੇ ਨੱਚਣਾ ਪੈਣਾ। ਗਿਆਨੀ ਨੱਚੈ ਵਾਜੇ ਵਾਵੈ, ਵਾਜੇ ਵਜਾਉਂਦੇ ਫਿਰਦੇ ਨੇ। ਰੂਪ ਕਰੇ ਸ਼ਿੰਗਾਰ, ਜਿਵੇਂ ਜਿਵੇਂ ਦਾ ਉਹਨਾਂ ਨੂੰ ਉਹ ਆਖਦੇ ਨੇ ਉਹ ਪ੍ਰਸੰਗ ਗਾਉਂਦੇ ਪਏ ਨੇ। ਦੇਖੋ ਅਸੀਂ ਹਿਸਟਰੀ ਨੂੰ ਪੜ੍ਹ ਕੇ ਦੇਖਦੇ ਹਾਂ ਨਾ, ਜਦੋਂ ਜਦੋਂ ਜਿਸ ਰਾਜੇ ਨੇ ਆਪਣੇ ਆਪਣੇ ਸਮੇਂ ਦੇ ਦੌਰਾਨ ਜੋ ਜੋ ਆਂਦੇ ਰਹੇ ਉਹ ਲਿਖਦੇ ਰਹੇ। ਜਿਵੇਂ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ, ਤੁਜ਼ਕੇ, ਜਹਾਂਗੀਰੀ, ਆਇਨੇ ਅਕਬਰੀ ਰਾਜਿਆਂ ਨੇ ਆਪਣੇ
ਵਜ਼ੀਰ ਰੱਖੇ ਹੁੰਦੇ ਸਨ, ਅਹਿਲਕਾਰ ਰੱਖੇ ਹੁੰਦੇ ਸਨ, ਉਸੇ ਤਰੀਕੇ ਦੇ ਨਾਲ ਕਵੀ ਰੱਖੇ ਹੁੰਦੇ ਸਨ, ਲੇਖਕ ਲਿਖਾਰੀ ਰੱਖੇ ਨੇ ਕਿ ਤੁਸੀਂ ਸਾਡੇ ਬਾਰੇ ਲਿਖੋ, ਸਾਡੀ ਉਸਤਤ, ਸਾਡੀ ਵਡਿਆਈ, ਸਾਡੇ ਧਰਮ ਦੇ ਬਾਰੇ ਲਿਖ ਕੇ ਰੱਖ ਜਾਓ, ਕਿਉਂਕਿ ਜਿਹੜੀਆਂ ਲਿਖਤਾਂ ਨੇ ਉਹ ਹਮੇਸ਼ਾ ਦੇ ਲਈ ਸਾਂਭੀਆਂ ਜਾਂਦੀਆਂ ਨੇ। ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸੰਪਰਦਾਵਾਂ ਨੇ ਆਪਣੇ ਆਪਣੇ ਲੇਖਕ ਵੀ ਰੱਖੇ ਨੇ ਕਿ ਸਾਡੇ ਬਾਰੇ ਲਿਖਣਾ ਕਰੋ। ਸਾਹਿਬ ਕਹਿਣ ਉਹਨਾਂ ਦੀ ਗੱਲ ਕਹਿਣ ਦੇ ਨੇ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ। ਜਿਹੋ ਜਿਹਾ ਉਹ ਰੂਪ ਕਰਵਾਉਂਦੇ ਨੇ ਉਹੋ ਜਿਹਾ ਉਹ ਰੂਪ ਧਾਰਨ ਕਰਕੇ ਫਿਰਦੇ ਨੇ। ਉੱਚੇ ਕੂਕੈ ਵਾਦਾ ਗਾਵੈ ਵਾਵ ਹੈ ਰੂਪ ਕਰੇ ਸ਼ਿੰਗਾਰ। ਸਭ ਉੱਚੇ ਕੂਕੈ, ਉੱਚੀ ਉੱਚੀ ਉਹਨਾਂ ਦੇ ਪ੍ਰਤੀ ਆਵਾਜ਼ਾਂ ਦਿੰਦੇ ਨੇ। ਭਾਵ ਕਿ ਜਿਵੇਂ ਦਰਬਾਰ ਦੇ ਵਿੱਚ ਆਉਣ ਤੋਂ ਪਹਿਲਾਂ ਜੇਕਰ ਕਿਤੇ ਬਾਦਸ਼ਾਹ ਜਾਂ ਕੋਈ ਵਜ਼ੀਰ ਆਉਂਦਾ ਤੇ ਉਹਦੇ ਨਾਮ ਦਾ ਲੈ ਕੇ ਉੱਚੀ ਉੱਚੀ ਕੂਕਦੇ ਨੇ ਕਿ ਫਲਾਣਾ ਆ ਰਿਹਾ, ਦਰਬਾਰ ਦੇ ਵਿੱਚ ਆ ਰਿਹਾ ਹੈ। ਜਾਂ ਸਮਾਜ ਦੇ ਵਿੱਚ ਉਹਨਾਂ ਦੀਆਂ ਜੈ ਜੈਕਾਰਾਂ ਕਰਨ ਵਾਸਤੇ ਕਈ ਕੂਕਣ ਵਾਸਤੇ ਰੱਖੇ ਨੇ। ਜਿੱਦਾਂ ਕਈ ਪਾਰਟੀਆਂ ਦੇ ਵਿੱਚ ਹੀ ਬੰਦੇ ਰੱਖੇ ਨਾ ਕਿ ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਲਾਉਣ ਵਾਲੇ ਵੀ ਕਈ ਉਹਨਾਂ ਨੇ ਪਾਲ ਕੇ ਰੱਖੇ ਹੁੰਦੇ ਨੇ। ਸਭ ਕਹਿਣਗੇ ਬਸ ਉਸੇ ਤਰੀਕੇ ਦੇ ਨਾਲ ਉੱਚੇ ਕੂਕੈ ਵਾਦਾ ਵਾਵੈ ਜੋਧਾਂ ਕਾ ਵਿਚਾਰ। ਤੇ ਸਾਹਿਬ ਕਹਿਣ ਲੱਗੇ ਉਹਨਾਂ ਦੇ ਵਾਂਗੂ ਯੋਧਿਆਂ ਦੀਆਂ ਕਈ ਸੁਰਬੀਰਾਂ ਦੀਆਂ ਕਈ ਵਿਆਖਿਆ ਵੀ ਕਰਦੇ ਨੇ, ਵਾਦਾਂ ਯੁੱਧਾਂ ਦੇ ਪ੍ਰਸੰਗ ਵੀ ਗਾਉਂਦੇ ਨੇ, ਉਹਨਾਂ ਦੇ ਪ੍ਰਸੰਗ ਵੀ ਗਾ ਕੇ ਵਾਦਾਂ ਗਾਵੇਂ ਯੋਧਿਆਂ ਦੇ ਪ੍ਰਸੰਗ ਵੀ ਗਾਉਂਦੇ ਨੇ। ਯੋਧਾਂ ਕਾ ਵਿਚਾਰ, ਯੋਧਿਆਂ ਦੇ ਉੱਤੇ ਵਿਚਾਰਾਂ ਵੀ ਸੁਰਬਤਾਈ ਦੀਆਂ ਵਿਆਖਿਆ ਵੀ ਕਰਦੇ ਨੇ। ਕਈ ਐਸੇ ਨੇ ਉਹਨਾਂ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਹੋਰਾਂ ਨੇ ਢਾਡੀ ਦਰਬਾਰ ਦੇ ਵਿੱਚ ਢਾਡੀ ਰੱਖੇ ਹੋਏ ਸਨ, ਜੋ ਪੁਰਾਣੇ ਢਾਡੀਆਂ ਦੀਆਂ ਜੋ ਕਿ ਉਹਨਾਂ ਦੀਆਂ ਢਾਡੀ ਵਾਰਾਂ ਦੇ ਰਾਹੀਂ ਉਹਨਾਂ ਦੀ ਉਸਤਤ ਵਡਿਆਈ ਵੀ ਕਰਦੇ ਸਨ। ਤੇ ਸਾਹਿਬ ਕਹਿਣਗੇ ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰਹਿ ਪਿਆਰ। ਕਹਿਣ ਲੱਗੇ ਮੂਰਖ ਪੰਡਤ ਕਈ ਐਸੇ ਇਨਸਾਨ ਨੇ ਜੋ ਕੇਵਲ ਤੇ ਕੇਵਲ ਆਪਣੇ ਜੀਵਨ ਦੇ ਅੰਦਰ ਮੂਰਖਤਾਈਆਂ ਚਲਾਕੀਆਂ ਤੱਕ ਹੀ ਸੀਮਤ ਰਹਿ ਜਾਂਦੇ ਨੇ। ਹਿਕਮਤ ਹੁਜਤ, ਹਿਕਮਤ ਤੋਂ ਭਾਵੇਂ ਚਲਾਕੀਆਂ, ਹੁਜਤ ਤੋਂ ਭਾਵੇਂ ਦਲੀਲ। ਕਈ ਐਸੇ ਲੋਕ ਨੇ ਜਿਹੜੇ ਸਾਰੀ ਉਮਰ ਚਲਾਕੀਆਂ ਤੇ ਆਪਣੀਆਂ ਦਲੀਲਾਂ ਦੇ ਦੇ ਕੇ ਹੀ ਆਪਣਾ ਸਮਾਂ ਗੁਜ਼ਾਰ ਦਿੰਦੇ ਨੇ। ਸੰਜੈ ਕਰਹਿ ਪਿਆਰ, ਤੇ ਕਈ ਮਾਇਆ ਜੋੜਨ ਦੇ ਵਿੱਚ ਹੀ ਸਾਰੀ ਉਮਰ ਲੰਘਾ ਲੈਂਦੇ ਨੇ। ਧਰਮੀ ਧਰਮ ਕਰਹਿ ਗਵਾਵੈ ਮੰਗਹਿ ਮੋਖ ਦੁਆਰ। ਜਿਹੜੇ ਧਰਮੀ ਲੋਕ ਨੇ ਉਹ ਕੇਵਲ ਤੇ ਕੇਵਲ ਧਰਮ ਕਮਾਉਂਦਿਆਂ ਹੀ ਧਰਮ ਨੂੰ ਗਾਵਣ ਦੇ ਉੱਤੇ ਹੀ ਸਾਰੀ ਜ਼ਿੰਦਗੀ ਲਾ ਦਿੰਦੇ ਆ। ਧਰਮ ਦੀ ਵਡਿਆਈ ਦੇ ਉੱਤੇ ਹੀ ਸਾਰੀ ਜ਼ਿੰਦਗੀ ਲਗਾ ਦਿੰਦੇ। ਮੰਗਹਿ ਮੋਖ ਦੁਆਰ, ਤੇ ਕਈ ਐਸੇ ਲੋਕ ਨੇ ਜਿਹੜੇ ਸਾਰੀ ਉਮਰ ਮੰਗ ਕੇ, ਕੇਵਲ ਮੰਗਣਾ ਕਿਹੜਾ, ਮੁਕਤੀ ਦਾ ਦੁਆਰਾ, ਮੁਕਤੀ ਦਾ ਦੁਆਰਾ ਮੰਗਣ ਵਾਸਤੇ ਹੀ ਸਾਰੀ ਉਮਰ ਉਸੇ ਚੱਕਰ ਦੇ ਵਿੱਚ ਹੀ ਗਵਾ ਬੈਠਦੇ ਨੇ। ਜਤੀ ਸਦਾਮ ਹੈ ਜੁਗਤ ਨ ਜਾਣੈ ਛੱਡ ਬਹੈ ਘਰ ਬਾਰ। ਜਿਹੜੇ ਮਨੁੱਖ ਕਈ ਇੰਦਰੀਆਂ ਨੂੰ ਵਸ ਕਰਨ ਦੇ ਵਾਸਤੇ, ਜੁਗਤ ਲੱਭਣ ਵਾਸਤੇ ਜੁਗਤ ਨਾ ਜਾਣ, ਲੇਕਿਨ ਉਹ ਜੁਗਤੀ ਜਾਣਦੇ ਨਹੀਂ। ਛੱਡ ਬਹੈ ਘਰ ਬਾਰ ਛੱਡ ਕੇ ਜੰਗਲ ਬੀਆਬਾਨਾਂ ਦੇ ਵਿੱਚ ਤੁਰੇ ਫਿਰਦੇ ਨੇ। ਲੇਕਿਨ ਉਹ ਸਾਰੀ ਉਮਰ ਉਸੇ ਤਰੀਕੇ ਦੇ ਨਾਲ ਗਵਾ ਬੈਠਦੇ ਨੇ। ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ। ਲੇਕਿਨ ਜਿਸ ਵੀ ਰੂਪ ਦੇ ਅੰਦਰ ਜਿਸ ਨੇ ਵੀ ਉਸ ਪਰਮਾਤਮਾ ਨੂੰ ਦੇਖਿਆ, ਉਸ ਨੇ ਉਹਨੂੰ ਉਸ ਰੂਪ ਦੇ ਵਿੱਚ ਪੂਰਾ ਆਖਿਆ। ਘੱਟ ਕਿਸੇ ਨੇ ਨਹੀਂ ਆਖਿਆ ਕਿ ਪਰਮਾਤਮਾ ਇੱਧਰੋਂ ਘੱਟ ਹੈ ਜਾਂ ਪਰਮਾਤਮਾ ਇੱਧਰੋਂ ਘੱਟ ਹੈ। ਉਹਨੇ ਸਾਰਿਆਂ ਨੇ ਇਹੀ ਗੱਲ
ਇਸੇ ਨਿਰਣੇ ਦੇ ਉੱਤੇ ਜਾ ਕੇ ਲੱਭ ਕੇ ਖੋਜ ਕਰਕੇ ਵੀ ਇਸੇ ਨਿਰਣੇ ਤੇ ਪਹੁੰਚੇ ਕਿ ਪਰਮਾਤਮਾ ਪੂਰਾ ਹੈ, ਘੱਟ ਨਾ ਕੋਈ ਆਖਿਆ ਕਿ ਕੋਈ ਪਰਮਾਤਮਾ ਘੱਟ ਨਹੀਂ ਹੈ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਸਾਹਿਬ ਕਹਿਣ ਲੱਗੇ ਜੇਕਰ ਤਕੜੀ ਦੇ ਵਿੱਚ ਇੱਕ ਪਾਸੇ ਪਤ ਪਰਵਾਣਾ ਤੋਂ ਭਾਵ ਹੈ ਵੱਟਾ, ਤਕੜੀ ਦੇ ਇੱਕ ਪਾਸੇ ਰੱਖ ਕੇ ਵੱਟਾ ਤੇ ਆਖਾਂਗੇ ਪੂਰਾ ਹੋ ਜੇ ਤਾਂ ਨਹੀਂ ਹੋਇਆ ਜਾਣਾ, ਜਿੰਨੀ ਦੇਰ ਤੱਕ ਦੂਜੇ ਪਾਸੇ ਵੀ ਕੁਝ ਨਹੀਂ ਪਊਗਾ। ਪਤ ਪਰਵਾਣਾ ਪੂਰਾ ਹੋਵੇ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਜੇਕਰ ਦਰਗਾਹ ਦੇ ਵਿੱਚ ਸਾਡੇ ਜਿਹੜੇ ਤੋਲ ਹੋਣੇ ਨੇ ਉਹ ਦੂਜੇ ਪਾਸੇ ਸਾਡੇ ਕਰਮ ਰੱਖੇ ਜਾਣੇ ਨੇ। ਇਕੱਲਾ ਇੱਕ ਪਾਸੇ ਵਟਾ ਰੱਖ ਕੇ ਤੋਲ ਨਹੀਂ ਤੋਲਿਆ ਜਾਣਾ, ਬਲਕਿ ਦੂਜੇ ਪਾਸੇ ਸਾਡੇ ਕਰਮ ਰੱਖੇ ਜਾਣੇ ਨੇ। ਜੇ ਸਾਡੇ ਕਰਮ ਸਾਡੇ ਚੰਗੇ ਹੋਏ, ਜੇ ਸਾਡੇ ਚੰਗੇ ਕਰਮ ਕਮਾਏ ਹੋਏ ਤੇ ਜਾ ਕੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋਵਾਂਗੇ, ਨਹੀਂ ਤੇ ਅਸੀਂ ਰੁਲ ਜਾਵਾਂਗੇ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਚਨ ਕਰਨ ਲੱਗੇ, ਮਹਲਾ ਪਹਿਲਾ ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਵਧੀ ਤੋਂ ਭਾਵ ਹੈ ਬੱਧੀ ਜਾਂ ਰੱਬ ਤੋਂ ਮਿੱਥੀ ਹੋਈ। ਵਧੀ ਸੋ ਵਜਗ ਨਾਨਕਾ। ਸਾਹਿਬ ਕਹਿਣ ਲੱਗੇ ਜਿਹੜੀ ਪ੍ਰਭੂ ਪਰਮਾਤਮਾ ਦੇ ਦਰੋਂ ਘਰੋਂ ਪ੍ਰਾਪਤ ਹੋਈ ਬਖਸ਼ਿਸ਼ ਹੈ, ਸੱਚਾ ਵੇਖਿਆ ਸੋਏ। ਜੇਕਰ ਉਸ ਦੇ ਅਨੁਸਾਰ ਅਸੀਂ ਚੱਲਦੇ ਹਾਂ ਨਾ, ਜਿਹੜੀ ਪਰਮਾਤਮਾ ਨੇ ਮਿੱਥੀ ਹੋਈ ਹੈ ਕਿ ਇਹ ਜੀਵ ਤੂੰ ਪ੍ਰਭੂ ਪਰਮਾਤਮਾ ਦੇ ਦਰ ਦੇ ਗੁਣ ਗਾਉਣੇ ਨੇ, ਸੰਸਾਰ ਦੇ ਵਿੱਚ ਪਰਮਾਤਮਾ 'ਤੇ ਵਿਸ਼ਵਾਸ ਰੱਖ ਕੇ ਪਰਮਾਤਮਾ ਦੀ ਉਸਤਤ ਵਡਿਆਈ ਤੂੰ ਆਪਣੀ ਕਰਨੀ ਹੈ, ਪਰਮਾਤਮਾ ਦੀ ਵਧੀ ਗਾਉਣੀ ਹੈ, ਉਸਤਤ ਵਡਿਆਈ ਕਰਨੀ ਹੈ। ਅਤੇ ਜਿਹੜੇ ਇਨਸਾਨ ਕਰਦੇ ਨੇ ਸੱਚਾ ਵੇਖਿਆ ਸੋਏ, ਪ੍ਰਭੂ ਪਰਮਾਤਮਾ ਸੱਚਾ ਵੇਖਦਾ ਪਿਆ ਹੈ ਕਿ ਵਾਕਿਆ ਹੀ ਇਹ ਸਹੀ ਆਪਣੇ ਜੀਵਨ ਦੇ ਅੰਦਰ ਕਰਮ ਕਰ ਰਿਹਾ ਹੈ ਕਿ ਨਹੀਂ। ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਇਨਸਾਨ ਬੜੀਆਂ ਵੱਡੀਆਂ ਡੀਂਗਾਂ ਮਾਰਦਾ ਹੈ। ਇਨਸਾਨ ਹਰ ਹੀਲਾ ਵਸੀਲਾ ਕਰਦਾ ਕਿ ਮੈਂ ਦੂਜੇ ਨੂੰ ਨੀਵਾਂ ਕਰ ਦੇਵਾਂ, ਦੂਜੇ ਨੂੰ ਸੁੱਟ ਦੇਵਾਂ ਜਾਂ ਆਪਣੇ ਆਪ ਨੂੰ ਕਿਸੇ ਥਾਂ ਦੇ ਉੱਤੇ ਪਹੁੰਚਾ ਲਵਾਂ। ਲੇਕਿਨ ਸਾਹਿਬ ਕਹਿਣ ਲੱਗੇ ਕਰਤਾ ਕਰੇ ਸੋ ਹੋਏ। ਕਹਿਣ ਲੱਗੇ ਜੋ ਪਰਮਾਤਮਾ ਨੂੰ ਭਾਉਂਦਾ ਹੈ ਨਾ, ਪਰਮਾਤਮਾ ਨੇ ਜੋ ਜਿਸ ਨੂੰ ਦੇਣਾ ਆ ਹੋਣਾ ਉਹੀ ਹੈ। ਇਨਸਾਨ ਦਾ ਕੰਮ ਹੈ ਉਦਮ ਕਰਨਾ, ਉਦਮ ਆਪਣੇ ਜੀਵਨ ਦੇ ਅੰਦਰ ਕਰਨਾ ਇਨਸਾਨ ਦੀ ਜ਼ਰੂਰਤ ਹੈ। ਉਦਮ ਕਰ, ਗੁਰੂ ਦਾ ਦਰ ਦੇ ਉੱਤੇ ਆ। ਗੁਰੂ ਨੇ ਆਪਣੇ ਆਪ ਰਹਿਮਤਾਂ ਕਰਨੀਆਂ ਨੇ। ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਰਤੇ ਨੂੰ ਪਤਾ ਹੈ ਕਿ ਕਿੰਨੀ ਕੁ ਮੇਰੇ ਧੀ ਜਾਂ ਪੁੱਤ ਨੂੰ ਜ਼ਰੂਰਤ ਹੈ, ਉਹਨੇ ਉਹੋ ਜਿਹੀ ਦਾਤ ਉਸ ਨੂੰ ਦੇਣੀ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੈ। ਅਤੇ ਇੱਥੇ ਸੰਸਾਰ ਦੇ ਉੱਤੇ ਪੰਡਤਾਂ ਨੇ ਜ਼ਰੂਰ ਬਣਾਈਆਂ ਸੀ, ਇਹ ਜੱਟ ਹੈ, ਨਾਈ ਹੈ, ਚੀਰ ਹੈ, ਖੱਤਰੀ ਹੈ, ਸ਼ੂਦਰ ਹੈ, ਸ਼ਿੰਬਾ ਹੈ। ਇਹ ਸੰਸਾਰ ਦੇ ਲੋਕਾਂ ਨੇ ਜਾਤਾਂ ਬਣਾਈਆਂ ਕਰਮ ਦੇ ਆਧਾਰ ਦੇ ਉੱਤੇ। ਪਰਮਾਤਮਾ ਨੇ ਕੋਈ ਜਾਤ ਪਾਤ ਨਹੀਂ ਬਣਾਉਣਾ ਕੀਤੇ। ਪਰਮਾਤਮਾ ਨੇ ਕੋਈ ਕਿਸੇ ਦੇ ਵਿੱਚ ਭਿੰਨ ਭੇਦ ਨਹੀਂ ਪਾਇਆ। ਸਾਹਿਬ ਕਹਿਣ ਲੱਗੇ ਅੱਗੇ ਜਾਤ ਨਾ ਜੋਰ ਹੈ। ਪਰਮਾਤਮਾ ਦੇ ਦਰ ਦੇ ਉੱਤੇ ਨਾ ਤੇ ਉੱਚੀ ਜਾਤ ਵਾਲਾ ਜਾਣਾ ਹੈ, ਨਾ ਜ਼ੋਰ ਦੇ ਨਾਲ ਜਾਣਾ ਹੈ। ਉੱਥੇ ਜਿਹੜੇ ਕਰਮ ਕੀਤੇ ਨੇ ਉਹਦੇ ਆਧਾਰ ਦੇ ਉੱਤੇ ਜਾਣਾ ਹੈ, ਜਾਤਾਂ ਨੇ ਨਹੀਂ ਜਾਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਅੱਗੇ ਤੇ ਜਿਹੜਾ ਜੀਵਨ ਨਿਮਰਤਾ ਵਾਲਾ ਜੀਵਨ ਲੈ ਕਰਕੇ ਮਾਲਕ ਦੇ ਦਰ ਦੇ ਉੱਤੇ ਜਾਵੇਗਾ, ਉਹੀ ਉਹਦੇ ਦਰ ਦੇ ਉੱਤੇ ਪ੍ਰਵਾਨ ਹੋਵੇਗਾ। ਅੱਗੇ ਜਿਉ ਨਵੇਂ। ਉੱਥੇ ਤੇ ਉਸ ਪ੍ਰਭੂ ਪਰਮਾਤਮਾ ਦੇ ਦਰ ਘਰ ਦੇ ਅੰਦਰ ਉਹੀ ਪ੍ਰਵਾਨ ਹੋਵੇਗਾ ਜਿਹੜਾ ਜੀਵਨ ਜਿਉਂਦਿਆਂ ਹੋਇਆਂ ਪਰਮਾਤਮਾ ਦੇ ਨਾਮ ਦੇ ਅੰਦਰ ਜੀਵਨ ਦੇ ਵਿੱਚ ਨਿਮਰਤਾ ਲੈ ਕਰਕੇ ਆਪਣਾ ਜੀਵਨ ਨਿਊ ਕਰਕੇ ਉਸਨੇ ਜੀਵਾ ਹੋਏਗਾ। ਜਿਨ ਕੀ ਲੇਖੈ ਪਤ ਪਵੈ ਚੰਗੇ ਸਈ ਕਿ
ਜਿਨ੍ਹਾਂ ਦੇ ਲੇਖੇ ਵਿੱਚ ਇੱਜ਼ਤ ਹੋਵੇਗੀ, ਲੇਖੇ ਵਿੱਚ ਪੱਤ ਹੋਵੇਗੀ, ਲੇਖੇ ਵਿੱਚ ਪ੍ਰਵਾਣਾ ਹੋਵੇਗਾ, ਉਹ ਹੀ ਪ੍ਰਵਾਨ ਹੋਣਗੇ। ਪਰ ਉਹ ਸਾਰੇ ਨਹੀਂ, ਜਿਹੜੇ ਵਿਰਲੇ ਵਿਰਲੇ ਪ੍ਰਮਾਤਮਾ ਨੂੰ ਧਿਆਉਣਗੇ ਪ੍ਰਵਾਨ ਨਹੀਂ ਉਹੀ ਹੋਣਗੇ। ਪੌੜੀ ਤੁਰ ਕਰਮ ਜਿਨਾ ਤੁਧ ਕਾ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਤੁਰ ਕਰਮ ਜਿਨਾ ਕੋ ਤੁਧ ਪਾਇਆ, ਤੁਰ ਦਰਗਾਹ ਦੇ ਉੱਤੋਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਕੋਲੋਂ ਚੰਗੇ ਕਰਮ ਲਿਖਵਾ ਕੇ ਲਿਆਂਦੇ ਨੇ, ਤਾਂ ਤਿੰਨੀ ਖਸਮ ਧਿਆਇਆ। ਮਾਲਕ ਨੂੰ ਉਹੀ ਧਿਆ ਸਕਦੇ ਨੇ, ਗੁਰੂ ਦੇ ਦਰ ਦੇ ਉੱਤੇ ਉਹੀ ਆ ਸਕਦੇ ਨੇ ਜਿਨ੍ਹਾਂ ਦੇ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਕੋਈ ਹੋਰ ਬਿਨਾਂ ਕਿਰਪਾ ਤੋਂ ਇਨਸਾਨ ਗੁਰੂ ਦੇ ਦਰ ਦੇ ਉੱਤੇ ਵੀ ਨਹੀਂ ਆ ਸਕਦਾ। ਸਗੋਂ ਧੁਰ ਕਰਮ ਜਿਨਾ ਕੋ ਤੁਧ ਪਾਇਆ, ਧੁਰ ਦਰਗਾਹ ਤੋਂ ਜਿਨ੍ਹਾਂ ਨੇ ਕਰਮ ਚੰਗੇ ਲਿਖਾਏ ਨੇ ਨਾ, ਤਾਂ ਤਿੰਨੀ ਖਸਮ ਧਿਆਇਆ। ਮਾਲਕ ਨੂੰ ਵੀ ਧਿਆ ਉਹੀ ਸਕਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਰਹਿਮਤ ਕੀਤੀ ਹੈ। ਹਰ ਕੋਈ ਪ੍ਰਮਾਤਮਾ ਨੂੰ ਨਹੀਂ ਧਿਆ ਸਕਦਾ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਸਾਡੇ ਹੱਥ ਕੁਝ ਵੀ ਨਹੀਂ ਹੈ। ਸਾਡੇ ਹੱਥ ਅਸੀਂ ਸਿਰਫ ਤੋਂ ਸਿਰਫ ਗੁਰੂ ਦੇ ਦਰ ਦੇ ਉੱਤੇ ਆਉਣ ਵਾਸਤੇ ਉਦਮ ਜ਼ਰੂਰ ਕਰ ਸਕਦੇ ਹਾਂ। ਗੁਰੂ ਸਾਡੇ ਦਰ ਦੇ ਜੀਵਨ ਦੇ ਵਿੱਚ ਰਹਿਮਤ ਕਰ ਦੇਵਣਗੇ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਪ੍ਰਭੂ ਪਰਮਾਤਮਾ ਨੇ ਕਈ ਰੰਗਾਂ ਦੇ ਜੀਵ ਜੰਤੂ ਇਸ ਸੰਸਾਰ ਦੇ ਉੱਤੇ ਪੈਦਾ ਕੀਤੇ ਨੇ। ਸੰਸਾਰ ਦੇ ਉੱਤੇ ਪੈਦਾ ਕਰਕੇ ਉਹ ਵੇਖਦਾ ਪਿਆ ਆ ਕਿ ਭਲਿਓ ਤੁਹਾਨੂੰ ਕਿੰਨਾ ਰੂਪਾਂ ਦੇ ਵਿੱਚ ਭੇਜ ਕੇ ਮੈਂ ਕੀ ਕਰਾਉਂਦਾ ਪਿਆ ਆ। ਉਹ ਸਾਰਾ ਕੁਝ ਵੇਖਦਾ ਪਿਆ ਆ। ਇੱਕ ਨਾ ਨੋ ਤੂੰ ਮੇਲ ਲਹਿ, ਇੱਕ ਆਪੋ ਤੁਧ ਖੁਆਇਆ। ਇੱਕ ਤੇ ਪ੍ਰਮਾਤਮਾ ਆਪ ਬਾਂਹ ਫੜ ਕੇ ਆਪਣੀ ਗਲਵੱਕੜੀ ਦੇ ਵਿੱਚ ਲੈ ਲੈਂਦਾ ਹੈ, ਤੇ ਇੱਕ ਐਸੇ ਖੁਆਰ ਕਰ ਦਿੰਦਾ ਆ ਕਿ ਜੀਵਨ ਉਹਨਾਂ ਦਾ ਬੇਸ਼ੱਕ ਜੁੜਿਆ ਹੁੰਦਾ ਹੈ। ਉਹ ਇੱਕ ਨਿੱਕੀ ਜਿਹੀ ਗਲਤੀ ਕਰਦੇ ਨੇ, ਉਹ ਗਲਤੀ ਤੋਂ ਉਹਨੂੰ ਖੁਆਰ ਕਰ ਦਿੰਦਾ ਹੈ। ਜਿਸ ਨੂੰ ਅੱਗੇ ਵੀ ਆਪ ਜੀ ਨਾਲ ਕਈ ਵਾਰੀ ਬੇਨਤੀ ਸਾਂਝੀ ਕੀਤੀ ਹੈ। ਯੂ ਟਰਨ ਐਸਾ ਜ਼ਿੰਦਗੀ 'ਚ ਆਉਂਦਾ ਹੈ ਕਿ ਜ਼ਿੰਦਗੀ ਖਿਲਾਰ ਕੇ ਰੱਖ ਦਿੰਦਾ ਹੈ। ਇੱਕ ਪਾਸੇ ਰਾਮਚੰਦਰ ਹੈ, ਜੀਵਨ ਦੇ ਵਿੱਚ ਕੋਈ ਜਪ ਤਪ ਨਹੀਂ, ਕੋਈ ਉਸਨੇ ਕੋਈ ਇਹੋ ਜਿਹਾ ਕੋਈ ਕਾਰਜ ਨਹੀਂ ਕੀਤਾ ਜਿਸ ਦਾ ਕੋਈ ਵਿਦਵਾਨ ਨੂੰ ਹੋਵੇ। ਨੀਵੀਂ ਕੁਲ ਦੇ ਵਿੱਚੋਂ ਆ, ਲੇਕਿਨ ਉਹ ਭਗਵਾਨ ਕਰਕੇ ਹਿੰਦੂ ਧਰਮ ਦੇ ਵਿੱਚ ਮੰਨਿਆ ਗਿਆ। ਦੂਜੇ ਪਾਸੇ ਉੱਚੀ ਕੁਲ ਦੇ ਵਿੱਚੋਂ ਆ, ਬ੍ਰਾਹਮਣ ਕੁਲ ਦੇ ਵਿੱਚੋਂ ਰਾਵਣ ਹੈ, 4 ਵੇਦਾਂ ਦਾ ਗਿਆਤਾ ਹੈ, ਉਸ ਦੀ ਆਪਣੀ ਸੋਨੇ ਦੀ ਲੰਕਾ ਹੈ, ਤੇ ਉਸ ਨੂੰ ਰਾਵਣ ਕਰਕੇ ਦੁਨੀਆ 'ਚ ਮੰਨਿਆ ਗਿਆ। ਇੱਕ ਪਾਸੇ ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਆ, ਤੇ ਇੱਕ ਪਾਸੇ ਹਰਨਾਕਸ਼ ਹੈ ਜਿਹਨੇ ਸਾਰੀ ਉਮਰ ਭਗਤੀ ਕਰਦੇ ਲੰਘੀ। ਇੱਕ ਪਾਸੇ ਪ੍ਰਹਿਲਾਦ ਹੈ ਜਿਹੜਾ 7-8 ਸਾਲ ਦੀ ਉਮਰ ਹੈ, ਕੇਵਲ ਤੇ ਕੇਵਲ ਪਰਮਾਤਮਾ ਨਾਮ ਧਿਆਉਣ ਵਾਲਾ ਹੈ। ਹਰਨਾਕਸ਼ ਨੂੰ ਰਾਕਸ਼ਿਸ਼ ਕਰਕੇ ਮੰਨਿਆ ਗਿਆ। ਪਰਮਾਤਮਾ ਨੇ ਆਪ ਉਹਨੂੰ ਆਣ ਕੇ ਆਪਣੇ ਨਹੁੰਆਂ ਨਾਲ ਮਾਰ ਕੇ ਉਹਨੂੰ ਖਤਮ ਕੀਤਾ। ਤੇ ਉਧਰ ਪ੍ਰਹਿਲਾਦ ਆ, ਉਹਨੂੰ ਭਗਤ ਜਗ ਵੱਜਿਆ। ਚਾਰੇ ਪਾਸੇ ਭਗਤੀ ਦੇ ਨਾਲ ਜਾਣਿਆ ਜਾਣ ਵਾਲਾ, ਤੇ ਉਹਨਾਂ ਦੇ ਜੀਵਨ ਦੇ ਵਿੱਚ ਸਿਰਫ ਇੱਕ ਗਲਤੀ ਦੇ ਕਰਕੇ ਉਹ ਜੀਵਨ ਤਬਦੀਲ ਹੋ ਗਿਆ। ਸਾਹਿਬ ਕਹਿਣਗੇ ਇੱਕ ਨਾ ਨੋ ਤੂੰ ਮੇਲ ਲਹੈ, ਇੱਕ ਆਪੋ ਤੁਧ ਖੁਆਇਆ। ਇੱਕ ਜਿਹੜੇ ਗਲਤੀ ਕਰਦੇ ਫਿਰ ਉਹਨੂੰ ਆਪ ਹੀ ਉਹ ਖੁਆਰ ਕਰ ਦਿੰਦਾ ਹੈ, ਆਪੇ ਹੀ ਉਹ ਚੜਾਉਂਦਾ ਹੈ, ਆਪੇ ਹੀ ਉਹਨੂੰ ਉਤਾਰ ਦਿੰਦਾ ਹੈ। ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ। ਗੁਰੂ ਦੇ ਕਿਰਪਾ ਦੇ ਦੁਆਰਾ ਹੀ ਜਾਣਿਆ ਜਾ ਸਕਦਾ ਹੈ ਜੋ ਗੁਰੂ ਸਮਝਾਉਣਾ ਚਾਹੁੰਦਾ ਹੈ। ਗੁਰ ਕਿਰਪਾ ਤੇ ਜਾਣਿਆ, ਗੁਰੂ ਦੀ ਕਿਰਪਾ ਦੇ ਰਾਹੀਂ ਜਾਣਿਆ ਜਾ ਸਕਦਾ ਹੈ। ਜਿੱਥੇ ਤੁਧ ਆਪ ਬੁਝਾਇਆ, ਜਿੱਥੇ ਤੂੰ ਆਪ ਸਮਝਾ ਸਕਦਾ ਹੈ, ਗੁਰੂ ਦੀ ਕਿਰਪਾ ਦੇ ਰਾਹੀਂ ਹੀ ਇਹ ਜਾਣਿਆ ਜਾ ਸਕਦਾ ਹੈ ਗੁਰੂ ਕੀ ਕਹਿਣਾ ਚਾਹੁੰਦਾ ਹੈ, ਗੁਰੂ ਕੀ ਸਮਝਾਉਣਾ ਚਾਹੁੰਦਾ ਹੈ। ਸਹਿਜੇ ਹੀ ਸੱਚ ਸਮਾਇਆ, ਸਹਿਜ ਦੇ ਨਾਲ ਹੀ ਸੱਚ ਦੇ ਵਿੱਚ ਸਮਾਇਆ ਜਾਣਾ, ਪਰਮਾਤਮਾ ਦੇ ਨਾਲ ਜੁੜਿਆ ਜਾਣਾ, ਉਹ ਸਹਿਜ ਦੇ ਨਾਲ ਹੀ। ਇਹ ਨਹੀਂ ਕਿ ਜਲਦਬਾਜ਼ੀ ਦੇ ਨਾਲ ਧਰਮ ਦੇ ਖੇਤਰ ਦੇ ਉੱਤੇ, ਪਰਮਾਤਮਾ ਦੇ ਦਰ ਦੇ ਉੱਤੇ
ਇਨਸਾਨ ਆਖੇ ਕਿ ਮੈਂ 4 ਦਿਨ ਵਾਹਿਗੁਰੂ ਵਾਹਿਗੁਰੂ ਕਰ ਲਾਂ ਤੇ ਮੈਨੂੰ ਸਾਰੀ ਚੀਜ਼ ਦੀ ਪ੍ਰਾਪਤੀ ਹੋਏ, ਇਹ ਨਹੀਂ। ਪਰਮਾਤਮਾ ਨੇ ਬੜੇ ਸਹਿਜ ਦੇ ਨਾਲ, ਟਿਕਾਓ ਦੇ ਨਾਲ ਸਾਰੇ ਜੀਵਨ ਦੇ ਅਵਗੁਣ ਕੱਢ ਕੇ ਫਿਰ ਉਹਨੇ ਆਪਣੇ ਦਰ ਦੇ ਉੱਤੇ ਪ੍ਰਵਾਨ ਕਰਨਾ। ਇਹ ਅਲੂਣੀ ਸਿੱਲ ਹੈ, ਜਿਹੜਾ ਇਹ ਚੱਟ ਗਿਆ ਉਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇਗਾ। ਤੇ ਉਹ ਸਾਡੇ ਜੀਵਨ ਦੇ ਵਿੱਚ ਅਲੂਣੀ ਸਿੱਲ ਕਿਵੇਂ ਚੱਟਣੀ ਪਵੇਗੀ? ਸਾਹਿਬ ਕਹਿਣ ਲੱਗੇ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਉਹ ਅਲੂਣੀ ਸਿੱਲ ਦੇ ਚੱਟਣ ਦਾ ਤਰੀਕਾ ਕੀ ਹੈ, ਉਸ ਦੀ ਵਿਚਾਰ ਕੱਲ੍ਹ ਦੇ ਦੀਵਾਨ ਦੇ ਅੰਦਰ ਅਗਲੇਰੀ ਪੌੜੀ 12ਵੀਂ ਪੌੜੀ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸਾਹਿਬ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।